सत श्री अकाल दोस्तों, मैं पूजा संधू एक बार फिर तो ਤੁਹਾਡੇ सामने प्रोग्राम दिमाग दी बत्ती जगाओ लैके हाजिर हाँ। पंजाबी नैशनल टीवी देखने वाले सारे दर्शकों का एक बार फिर तो मैं वेलकम करदी हाँ। ते जद्दां कि तुसीं जाणदे ही हो कि असी अपने प्रोग्राम दे विच हर वार कुछ नवीं जानकारियां लैके आउने आ, कुछ नवे फैक्ट लैके आउने आ ते उन्हां फैक्ट्स दे विच बहुत सारियां इदां दीयां जानकारियां हुंदियां ने जिहड़ियां कि तुसीं अपने आस-पास जरूर देखदे हो, क्योंकि तुहाडे आस-पास इदां दीयां बहुत सारियां चीज़ां हुंदियां ने तुसीं कदे गौर नहीं कीता होएगा, पर उन्हां दे विच भी सानू कई पॉइंट्स जिहड़े आ देखण नूं मिल जांदे ने, कई सच सानू सुनण नूं मिल जांदे ने, पर शायद असी उस चीज़ दे उत्ते गौर नहीं करदे। सो बस यही फैक्ट दे नाल तुहानू जाणू करवाउण दे लई मैं अपने प्रोग्राम नूं एक बार फिर तो लैके तुहाडे सामने हाज़र हाँ। ते बिना किसी देरी तो फिर आपां शुरू करदे हां अज दा प्रोग्राम ते अपने फैक्ट्स दे वल वधदे हां। जी वधदे हां साडे पहले फैक्ट दे वल। ਕੀ ਤੁਸੀਂ ਜਾਣਦੇ ਹੋ ਕਿ ਵਿਗਿਆਨੀ ਦੋ ਗ੍ਰਹਿਾਂ ਦੇ ਵਿਚਲੀ ਦੂਰੀ ਕਿਵੇਂ ਮਾਪਦੇ ਹਨ, ਜਿੱਦਾਂ ਕਿ ਪ੍ਰithvi ਤੋਂ ਸੂਰਜ ਦੀ ਦੂਰੀ ਨੂੰ ਮਾਪਣਾ ਹੋਵੇ। ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਮਾਡਰਨ ਹਿਸਟਰੀ ਦੇ ਵਿੱਚ ਅੱਜ ਤੋਂ 400 ਸਾਲ ਪਹਿਲਾਂ ਹੀ ਇਨਸਾਨ ਨੇ ਇਸ ਦੂਰੀ ਨੂੰ ਸਟੀਕਤਾ ਦੇ ਨਾਲ ਮਾਪ ਲਿਆ ਸੀ। 1653 ਵਿੱਚ ਕ੍ਰਿਸਟੀਆਨ ਨੇ ਪ੍ਰithvi ਤੋਂ ਸੂਰਜ ਤੱਕ ਦੀ ਦੂਰੀ ਨੂੰ ਮਾਪ ਲਿਆ ਸੀ ਔਰ ਇਹਨੂੰ ਕੈਲਕੂਲੇਟ ਕਰਨ ਲਈ ਉਹਨਾਂ ਨੇ ਮਦਦ ਲਈ ਸੀ ਵੀਨਸ ਦੀ। जान के हैरान हो गए ना? जी हाँ जी, वीनस ग्रह यानी कि शुक्र ग्रह दे फेजेस दी ਪ੍ਰithvi ਵੀਨਸ ਤੇ ਸੂਰਜ ਵਿੱਚ ਟ੍ਰਾਇੰਗਲ ਦੇ ਐਂਗਲ ਜਾਣਨ ਲਈ ਉਹਨਾਂ ਨੇ ਵੀਨਸ ਦੇ ਫੇਜ਼ਸ ਨੂੰ ਸਟੱਡੀ ਕੀਤਾ ਤੇ ਆਪਣੀ ਕੈਲਕੂਲੇਸ਼ਨ ਦੇ ਹਿਸਾਬ ਦੇ ਨਾਲ ਇਹ ਦੂਰੀ ਦੱਸੀ ਜੋ 15.2 ਕਰੋੜ ਕਿਲੋਮੀਟਰ ਸੀ। ਪਲੈਨਟ ਦੇ ਵਿਚਕਾਰਲੀ ਦੂਰੀ ਮਾਪਣ ਦਾ ਸਭ ਤੋਂ ਜ਼ਿਆਦਾ ਸ਼੍ਰੇਅ ਜਾਂਦਾ ਹੈ ਜੀ ਜਿਓਵਾਨੀ ਕੈਸੀਨੀ ਨੂੰ। ਇਹਨਾਂ ਦਾ ਜਨਮ 1625 ਨੂੰ ਇਟਲੀ ਵਿੱਚ ਹੋਇਆ ਸੀ। ਇਹਨਾਂ ਨੇ ਪੈਰਾਲੈਕਸ ਦੀ ਮਦਦ ਦੇ ਨਾਲ ਮੰਗਲ ਤੇ ਬੁੱਧ ਗ੍ਰਹਿ ਦੀ ਪ੍ਰithvi ਤੋਂ ਦੂਰੀ ਮਾਪੀ ਸੀ, ਪਰ ਸੂਰਜ ਦੀ ਪ੍ਰithvi ਤੋਂ ਦੂਰੀ ਮਾਪਣ ਲਈ ਪੈਰਾਲੈਕਸ ਦਾ ਇਸਤੇਮਾਲ ਨਹੀਂ ਕਰ ਸਕਦੇ। ਪਰ ਹੁਣ ਸਾਡੇ ਕੋਲ ਰਡਾਰ ਟੈਕਨੀਕ ਹੈ ਜਿਹਦੇ ਨਾਲ ਅਸੀਂ ਗ੍ਰਹਿਾਂ ਦੀ ਦੂਰੀ ਨੂੰ ਆਸਾਨੀ ਨਾਲ ਮਾਪ ਸਕਦੇ ਹਾਂ। ਇਹਦੇ ਲਈ ਅਸੀਂ ਰਡਾਰ ਟੈਕਨੀਕ ਦੇ ਰਾਹੀਂ ਸਿਗਨਲ ਦੂਸਰੇ ਗ੍ਰਹਿ ਦੇ ਉੱਤੇ ਭੇਜਦੇ ਹਾਂ ਤੇ ਸਿਗਨਲ ਵਾਪਸ ਆਉਣ ਦੇ ਵਿੱਚ ਜਿਹੜੀ ਸਪੀਡ ਲੱਗਦੀ ਹੈ ਉਸ ਸਪੀਡ ਦੇ ਥਰੂ ਅਸੀਂ ਮਾਪਦੇ ਹਾਂ ਗ੍ਰਹਿਾਂ ਦੀ ਦੂਰੀ ਨੂੰ। ਜੀ ਵਧਦੇ ਹਾਂ ਹੁਣ ਅਸੀਂ ਅਗਲੇ ਫੈਕਟ ਦੇ ਵੱਲ। ਤੁਸੀਂ ਮੋਸਟਲੀ ਆਪਣੇ ਆਲੇ ਦੁਆਲੇ ਜਾਂ ਫਿਰ ਕਦੇ ਵੀ ਕਿਸੇ ਨੂੰ ਟਰੈਵਲ ਕਰਦੇ ਦੇਖਿਆ ਹੋਏਗਾ ਜਾਂ ਤੁਸੀਂ ਖੁਦ ਕਦੇ ਪਲੇਨ ਦੇ ਵਿੱਚ ਟਰੈਵਲ ਕੀਤਾ ਹੋਏਗਾ ਤੇ ਤੁਸੀਂ ਟਰੈਵਲ ਦੇ ਸਮੇਂ ਇੱਕ ਗੱਲ ਤਾਂ ਜ਼ਰੂਰ ਸੋਚੀ ਹੋਏਗੀ ਕਿ ਵੀ ਐਰੋਪਲੇਨ ਦੇ ਉੱਪਰ ਬਿਜਲੀ ਕਿਉਂ ਨਹੀਂ ਡਿੱਗਦੀ। ਸੋਚਿਆ? ਬਿਲਕੁਲ ਸੋਚਿਆ ਹੋਏਗਾ। ਇਸੇ ਕਰਕੇ ਜੀ ਤੁਹਾਡੀ ਜਾਣਕਾਰੀ ਦੇ ਲਈ ਮੈਂ ਇਹ ਦੱਸਦਾ ਕਿ ਬਿਜਲੀ ਪਲੇਨ ਤੇ ਡਿੱਗਦੀ ਹੈ ਤੇ ਇਦਾਂ ਇਤਿਹਾਸ ਦੇ ਵਿੱਚ ਹੋ ਵੀ ਚੁੱਕਿਆ ਹੈ। ਇਦਾਂ ਦੀ ਘਟਨਾ ਦਾ ਇੱਕ ਉਦਾਹਰਣ ਪੈਨ ਐਮ ਫਲਾਈਟ ਜੋ ਕਿ ਇੱਕ ਖੌਫਨਾਕ ਮੰਜ਼ਰ ਸੀ। 8 ਦਸੰਬਰ 1963 ਦੇ ਵਿੱਚ ਪੈਨ ਅਮਰੀਕਨ ਵਰਲਡ 에ਅਰਵੇਜ਼ ਦੀ ਪੈਨ ਐਮ ਫਲਾਈਟ 214 ਦੇ ਵਿੱਚ ਸਵਾਰ 81 ਜਾਨਾਂ ਉਦੋਂ ਚਲੀਆਂ ਗਈਆਂ ਸੀ। ਜਦੋਂ ਇਹ ਹਵਾਈ ਜਹਾਜ਼ ਆਕਾਸ਼ੀ ਬਿਜਲੀ ਦਾ ਸ਼ਿਕਾਰ ਹੋ ਗਿਆ ਸੀ ਤੇ ਪਲੇਨ ਕ੍ਰੈਸ਼ ਹੋ ਗਿਆ। ਪਰ ਅੱਜ ਦੇ ਦੌਰ ਦੇ ਵਿੱਚ ਇਦਾਂ ਦੀ ਦੁਰਘਟਨਾ ਹੋਣ ਦੇ ਚਾਂਸ ਬਹੁਤ ਘਟ ਗਏ ਹਨ, ਕਿਉਂਕਿ ਪੈਨਮ ਦੇ ਕ੍ਰੈਸ਼ ਹੋਣ ਤੋਂ ਬਾਅਦ ਬਿਜਲੀ ਤੇ ਉਹ ਬਚਣ ਦੇ ਲਈ ਮੈਥਡਸ ਨੂੰ ਅਪਣਾਇਆ ਗਿਆ। ਹੁਣ ਇੰਜੀਨੀਅਰ ਇਸ ਵਿੱਚ ਪੂਰੀ ਸਾਵਧਾਨੀ ਵਰਤ ਰਹੇ ਹਨ। ਆਸਮਾਨ ਤੋਂ ਡਿੱਗਣ ਵਾਲੀ ਬਿਜਲੀ ਕਿਸੇ ਵੀ ਵਿਮਾਨ ਦੇ ਇਨਰ ਪ੍ਰਣਾਲੀ ਵਿੱਚ ਚਿੰਗਾਰੀ ਨਾ ਪੈਦਾ ਕਰ ਸਕੇ। ਇਸੇ ਕਾਰਨ ਇਨਰ ਦੀ ਟੈਂਕੀਆਂ ਦੇ ਆਸੇ-ਪਾਸੇ ਕਾਫੀ ਮੋਟੀ ਪ੍ਰੋਟੈਕਟਿਵ ਲੇਅਰ ਵਾਲੀ ਸ਼ੀਟ ਹੁੰਦੀ ਹੈ ਤਾਂ ਕਿ ਉਹ ਕਿਸੇ ਵੀ ਤਰ੍ਹਾਂ ਦੀ ਚਿੰਗਾਰੀ ਤੋਂ ਬਚ ਸਕੇ। ਇਸ ਤੋਂ ਇਲਾਵਾ ਐਂਟਰੀ ਡੋਰਸ, ਫਿਊਲ ਫਿਲਿੰਗ ਕੈਂਪਸ ਤੇ ਸਾਰੇ ਟੈਬਸ ਨੂੰ ਬਿਜਲੀ ਦਾ ਸਾਹਮਣਾ ਕਰਨ ਲਈ ਇਹਨਾਂ ਤੇ ਕਈ ਟੈਸਟ ਪਰਫਾਰਮ ਕੀਤੇ ਜਾਂਦੇ ਨੇ। 에ਅਰਕ੍ਰਾਫਟ ਦੇ ਵਿੱਚ ਇਸਤੇਮਾਲ ਹੋਣ ਵਾਲਾ ਫਿਊਲ ਪਹਿਲਾਂ ਤੋਂ ਵੀ ਘੱਟ ਐਕਸਪਲੋਸਿਵ ਹੁੰਦਾ ਹੈ। ਬਿਜਲੀ ਡਿੱਗਣ ਦੀ ਸਥਿਤੀ ਦੇ ਵਿੱਚ ਸਭ ਤੋਂ ਪਹਿਲੇ ਇਹ ਪਲੇਨ ਦੇ ਨੁਕੀਲੇ ਹਿੱਸੇ ਚੋਂ ਗੁਜ਼ਰਦੀ ਹੈ। ਇਹ ਵਿੰਗ ਟੈਂਸ ਦੇ ਨੁਕੀਲੇ ਹਿੱਸੇ ਵਿੱਚੋਂ ਗੁਜ਼ਰਨ ਤੋਂ ਬਾਅਦ ਇਹ ਟੇਲ ਦੇ ਥਰੂ ਬਾਹਰ ਨਿਕਲ ਜਾਂਦੀ ਹੈ। ਇਸ ਕਾਰਨ ਜਦੋਂ ਵੀ ਪਲੇਨ ਦੇ ਉੱਪਰ ਬਿਜਲੀ ਡਿੱਗਦੀ ਹੈ ਤਾਂ ਅੰਦਰ ਬੈਠੇ ਯਾਤਰੀਆਂ ਨੂੰ ਇਸ ਦਾ ਪਤਾ ਵੀ ਨਹੀਂ ਲੱਗਦਾ। ਹਾਲਾਂਕਿ ਪਾਇਲਟ ਅਤੇ ਕਰੂ ਮੈਂਬਰਸ ਨੂੰ ਪਤਾ ਲੱਗ ਜਾਂਦਾ ਹੈ। ਇਹ ਕੋਈ ਚਮਤਕਾਰ ਨਹੀਂ ਹੈ, ਬਲਕਿ ਫਰਾਡੇ ਦੇ ਇੱਕ ਸਿੰਪਲ ਜਿਹੇ ਐਕਸਪੈਰੀਮੈਂਟ ਦਾ ਪ੍ਰੈਕਟੀਕਲ ਇਸਤੇਮਾਲ ਹੈ। ਜੀ ਚੱਲਦੇ ਹਾਂ ਹੁਣ ਅਸੀਂ ਅਗਲੇ ਫੈਕਟ ਦੇ ਵੱਲ। ਮੋਸਟਲੀ ਤੁਸੀਂ ਆਪਣੇ ਗੋਡਿਆਂ ਦੇ ਵਿੱਚ ਜਾਂ ਜੋੜਾਂ ਦੇ ਵਿੱਚ ਇੱਕ ਕੜਕਣ ਦੀ ਆਵਾਜ਼ ਜਿਹੜੀ ਆ ਉਹ ਜ਼ਰੂਰ ਸੁਣੀ ਹੋਏਗੀ। मतलब चलते टाइम उठते या बैठते टाइम कदे तुहाडे घुटनियां दे विच या कोहणियां दे विचों कड़कड़ दी आवाज़ आई है?
ਇਹ ਕਈ ਲੋਕਾਂ ਨੂੰ ਇਹੀ ਲੱਗਦਾ ਹੈ ਕਿ ਇਸ ਆਵਾਜ਼ ਦੇ ਆਉਣ ਦਾ ਕਾਰਨ ਇਹ ਹੈ ਕਿ ਹੱਡੀਆਂ ਕਮਜ਼ੋਰ ਹੋ ਗਈਆਂ ਹਨ, ਪਰ ਸੱਚ ਇਹ ਹੈ ਕਿ ਹੱਡੀਆਂ ਦੇ ਵਿੱਚੋਂ ਇਦਾਂ ਦੀ ਕੜਕੜ ਦੀ ਆਵਾਜ਼ ਆਉਣ ਦਾ ਕਾਰਨ ਹੈ ਕਿ ਉਹਦੇ ਬਾਰੇ ਮੈਂ ਤੁਹਾਨੂੰ ਦੱਸਾਂਗੀ ਕਿ ਇਹਦੇ ਨੁਕਸਾਨ ਹਨ ਜਾਂ ਫਿਰ ਇਦਾਂ ਹੀ ਆਉਂਦੀ ਹੈ। ਸੋ ਲੈਟਸ ਟਾਕ ਅਬਾਊਟ ਇਟ। ਹੱਡੀਆਂ ਦੇ ਵਿੱਚੋਂ ਇਸ ਤਰ੍ਹਾਂ ਦੀ ਆਉਣ ਵਾਲੀ ਆਵਾਜ਼ ਨੂੰ ਮੈਡੀਕਲ ਦੀ ਭਾਸ਼ਾ ਦੇ ਵਿੱਚ ਕ੍ਰੈਪਿਟਸ ਕਿਹਾ ਜਾਂਦਾ ਹੈ ਤੇ ਇਹ ਆਵਾਜ਼ ਹੱਡੀਆਂ ਦੇ ਵਿੱਚ ਰਹਿਣ ਵਾਲੇ ਤਲਵੇ ਤੇ ਹਵਾ ਦੇ ਛੋਟੇ-ਛੋਟੇ ਬੁਲਬੁਲੇ ਦੇ ਫਟਣ ਨਾਲ ਆਉਂਦੀ ਹੈ। ਕਈ ਵਾਰ ਇਹ ਆਵਾਜ਼ ਜੋੜਾਂ ਦੇ ਵਿੱਚ ਮੌਜੂਦ ਮਾਸਪੇਸ਼ੀਆਂ, ਟੈਂਡਨ ਜਾਂ ਲਿਗਾਮੈਂਟ ਦੇ ਰਗੜ ਹੋਣ ਦੇ ਨਾਲ ਵੀ ਆਉਂਦੀ ਹੈ। ਇਹ ਆਵਾਜ਼ਾਂ ਅਕਸਰ ਘੁਟਨਿਆਂ ਵਿੱਚੋਂ ਆਉਂਦੀਆਂ ਰਹਿੰਦੀਆਂ ਹਨ, ਪਰ ਇਸ ਨਾਲ ਦਰਦ ਬਿਲਕੁਲ ਵੀ ਨਹੀਂ ਹੁੰਦਾ। ਜੇ ਤੁਹਾਡੇ ਨਾਲ ਵੀ ਇਦਾਂ ਹੁੰਦਾ ਹੈ ਨਾ, ਤੇ ਇਸ ਦਾ ਇਹ ਮਤਲਬ ਬਿਲਕੁਲ ਨਹੀਂ ਹੈ ਕਿ ਤੁਹਾਡੀਆਂ ਹੱਡੀਆਂ ਕਮਜ਼ੋਰ ਹਨ ਜਾਂ ਫਿਰ ਉਹਦੇ ਵਿੱਚ ਕੈਲਸ਼ੀਅਮ ਦੀ ਕਮੀ ਹੈ। ਇਸ ਦਾ ਮਤਲਬ ਮੈਂ ਤੁਹਾਨੂੰ ਦੱਸ ਦਿੱਤਾ ਹੈ। ਤੇ ਹੁਣ ਜਦੋਂ ਵੀ ਤੁਹਾਡੇ ਗੋਡਿਆਂ ਦੇ ਵਿੱਚ, ਕੋਹਣੀਆਂ ਦੇ ਵਿੱਚ, ਜੋੜਾਂ ਦੇ ਵਿੱਚੋਂ ਕੜਕੜ ਦੀ ਆਵਾਜ਼ ਆਏ ਨਾ, ਤੇ ਡਰਨਾ ਬਿਲਕੁਲ ਨਹੀਂ ਹੈ, ਇਹ ਨਾਰਮਲ ਹੈ। ਜੀ ਹੁਣ ਅਸੀਂ ਆਪਣੇ ਅਗਲੇ ਫੈਕਟ ਦੇ ਬਾਰੇ ਗੱਲ ਕਰਦੇ ਹਾਂ। ਤੁਸੀਂ ਵੀ ਇਹ ਕਦੇ ਗੌਰ ਕੀਤਾ ਹੋਵੇਗਾ ਕਿ ਕੁਝ ਪਰਿੰਦੇ ਸਾਨੂੰ ਹਵਾ ਦੇ ਵਿੱਚ ਇੱਕ ਖਾਸ ਪੈਟਰਨ, ਮਤਲਬ ਕਿ ਵੀ ਸ਼ੇਪ ਦੇ ਵਿੱਚ ਉੜਦੇ ਦਿਖਾਈ ਦਿੰਦੇ ਹਨ। ਤੇ ਤੁਸੀਂ ਕਦੇ ਸੋਚਿਆ ਕਿ ਇਹ ਇਦਾਂ ਕਿਉਂ ਕਰਦੇ ਹਨ? ਕਿਤੇ ਮਸਤੀ ਮਜ਼ਾਕ ਦੇ ਵਿੱਚ ਤਾਂ ਨਹੀਂ ਇਹ ਪੰਛੀ ਇਦਾਂ ਉੜਦੇ? ਨਹੀਂ, ਇਦਾਂ ਕੁਝ ਨਹੀਂ ਆ। ਇਹਦੇ ਪਿੱਛੇ ਇੱਕ ਸਾਇੰਸ ਹੈ ਤੇ ਇਸ ਸਾਇੰਸ ਦੇ ਬਾਰੇ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ। ਕਿਉਂਕਿ ਇਹਨਾਂ ਦੀ ਜਿਹੜੀ ਸ਼ੇਪ ਹੈ, ਇੱਕ ਵੀ ਸ਼ੇਪ ਦੇ ਵਿੱਚ ਉੜਦੇ ਹਨ। ਉਸ ਸ਼ੇਪ ਵਾਲੇ ਪਰਿੰਦੇ ਜਿਹੜੇ ਆ ਜ਼ਿਆਦਾਤਰ ਅਪਰਵਾਸੀ ਪੰਛੀ ਹੁੰਦੇ ਹਨ ਜੋ ਕਈ ਮੀਲ ਲੰਬੀ ਉਡਾਨ ਭਰਦੇ ਹਨ। ਇਹਨਾਂ ਲੰਬੀਆਂ ਉਡਾਨਾਂ ਦੇ ਦੌਰਾਨ ਉਹਨਾਂ ਨੂੰ ਆਪਣੀ ਤਾਕਤ ਬਣਾਈ ਰੱਖਣੀ ਪੈਂਦੀ ਹੈ ਤੇ એનર્ਜੀ ਵੀ ਸੇਵ ਕਰਨੀ ਪੈਂਦੀ ਹੈ, ਜੋ ਉਹ ਇਹਨਾਂ ਸ਼ੇਪ ਵਿੱਚ ਉੱਡ ਕੇ ਬਖੂਬੀ ਕਰ ਪਾਉਂਦੇ ਹਨ। ਇਹਦਾ ਰਾਜ਼ ਇਹਨਾਂ ਪੰਛੀਆਂ ਦੇ ਬਣਾਏ ਪੈਟਰਨ ਦੇ ਵਿੱਚ ਹੀ ਹੁੰਦਾ ਹੈ। ਵੀ ਸ਼ੇਪ ਦੇ ਵਿੱਚ ਉੜਦੇ ਇਹਨਾਂ ਪੰਛੀਆਂ ਦੇ ਝੁੰਡ ਨੂੰ ਧਿਆਨ ਨਾਲ ਦੇਖੋ ਤੇ ਸਭ ਤੋਂ ਅੱਗੇ ਉੱਡਣ ਵਾਲਾ ਪੰਛੀ ਇੱਕ ਫਾਰਮੇਸ਼ਨ ਦਾ ਲੀਡਰ ਕਹਿਲਾਉਂਦਾ ਹੈ ਤੇ ਉਹ ਪੋਜੀਸ਼ਨ ਸਭ ਤੋਂ ਜ਼ਿਆਦਾ ਥਕਾਨ ਵਾਲੀ ਹੁੰਦੀ ਹੈ। ਅੱਗੇ ਉੱਡਦੇ ਹੋਏ ਲੀਡਰ ਹਵਾ ਨੂੰ ਕੱਟਦਾ ਹੈ, ਉਸ ਦੇ ਪਿੱਛੇ ਠੀਕ ਨੀਚੇ ਦੀ ਹਵਾ ਤੇ ਘੇਲੀ ਜਾਂਦੀ ਹੈ। ਇਸ ਨੂੰ ਡਾਊਨ ਵਾਸ਼ ਕਿਹਾ ਜਾਂਦਾ ਹੈ। ਉਹੀ ਉਸਦੇ ਬਗਲ ਤੋਂ ਹਵਾ ਉੱਪਰ ਦੀ ਤਰਫ ਉੱਠਦੀ ਹੈ। ਬਗਲ ਤੋਂ ਉੱਠਣ ਵਾਲੀ ਹਵਾ ਦੋ ਪੰਛੀਆਂ ਲਈ ਇੰਧਨ ਦਾ ਕੰਮ ਕਰਦੀ ਹੈ। ਇਸ ਹਵਾ ਨੂੰ ਅਪਵਾਸ਼ ਕਹਿੰਦੇ ਹਨ। ਇਸ ਲਈ ਲੀਡਰ ਦੇ ਬਿਲਕੁਲ ਪਿੱਛੇ ਨਾ ਹੋ ਕੇ ਇਹ ਪੰਛੀ ਥੋੜੇ ਜਿਹੇ ਬਾਹਰ ਨਿਕਲ ਕੇ ਵੀ ਸ਼ੇਪ ਦੇ ਵਿੱਚ ਉੱਡਦੇ ਹਨ, ਜਿਹਦੇ ਨਾਲ ਇਹ 에ਅਰ ਫਲੋ ਦਾ ਇਸਤੇਮਾਲ ਕਰਕੇ ਆਪਣੀ ਲੰਬੀ ਯਾਤਰਾਵਾਂ ਉੱਤੇ ਆਸਾਨੀ ਦੇ ਨਾਲ ਉੱਡ ਸਕਦੇ ਹਨ ਤੇ ਆਪਣੀ એનર્ਜੀ ਨੂੰ ਵੀ ਸੇਵ ਕਰਦੇ ਹਨ। ਹੈ ਨਾ ਇੱਕ ਨਵੀਂ ਗੱਲ ਦਾ ਤੁਹਾਨੂੰ ਪਤਾ ਲੱਗਾ। ਜੇ ਅਗਲੇ ਫੈਕਟ ਦੇ ਬਾਰੇ ਗੱਲ ਕਰਦੇ ਹਾਂ, ਇਹ ਕਿਹਾ ਜਾਂਦਾ ਹੈ ਕਿ ਪ੍ਰਿਥਵੀ ਦਾ ਸਭ ਤੋਂ ਉੱਚਾ ਪਰਬਤ ਮਾਊਂਟ ਐਵਰੈਸਟ ਹੈ। ਪਰ ਜਦੋਂ ਯੂਨੀਵਰਸ ਦੀ ਗੱਲ ਕਰਦੇ ਹਾਂ ਤਾਂ ਉਦੋਂ ਸਭ ਤੋਂ ਉੱਚਾ ਪਰਬਤ ਮਾਊਂਟ ਐਵਰੈਸਟ ਨਹੀਂ, ਬਲਕਿ ਇੱਕ ਏਦਾਂ ਦਾ ਮਾਊਂਟੇਨ ਹੈ ਜੋ ਐਵਰੈਸਟ ਤੋਂ ਵੀ 3 ਗੁਣਾ ਜ਼ਿਆਦਾ ਉੱਚਾ ਹੈ। ਦਰਅਸਲ ਬ੍ਰਹਿਮੰਡ ਜਾਂ ਸੌਰ ਮੰਡਲ ਦੇ ਵਿੱਚ ਸਭ ਤੋਂ ਉੱਚਾ ਪਰਬਤ ਜਵਾਲਾਮੁਖੀ ਮੰਗਲ ਤੇ ਹੈ। ਇਹਨੂੰ ਓਲੰਪਸ ਮੌਨਸ ਦਾ ਨਾਮ ਦਿੱਤਾ ਗਿਆ ਹੈ। ਇਹ 25 ਕਿਲੋਮੀਟਰ ਉੱਚਾ ਹੈ, ਜੋ ਇਸ ਨੂੰ ਐਵਰੈਸਟ ਤੋਂ ਵੀ 3 ਗੁਣਾ ਜ਼ਿਆਦਾ ਉੱਚਾ ਬਣਾਉਂਦਾ ਹੈ। ਓਲੰਪਸ ਮੌਨਸ ਇੱਕ ਬਹੁਤ ਹੀ ਸਪਾਟ ਪਰਬਤ ਹੈ। ਇਹਦੇ ਤੇ ਸਿਰਫ 2 ਤੋਂ 5 ਡਿਗਰੀ ਦੀ ਢਲਾਨ ਹੁੰਦੀ ਹੈ। ਇਹ ਇੱਕ ਜਵਾਲਾਮੁਖੀ ਪਰਬਤ ਹੈ ਜੋ ਲਾਵਾ ਦੇ ਵਿਸਫੋਟਾਂ ਨਾਲ ਹੀ ਬਣਿਆ ਹੈ। ਇੰਨਾ ਉੱਚਾ ਹੋਣ ਦੇ ਨਾਲ ਓਲੰਪਸ ਮੌਨਸ ਦਾ ਖੇਤਰਫਲ ਵੀ ਬਹੁਤ ਵੱਡਾ ਹੈ ਤੇ ਇਹ 550 ਕਿਲੋਮੀਟਰ ਦੇ ਇਲਾਕੇ ਦੇ ਵਿੱਚ ਫੈਲਿਆ ਹੋਇਆ ਹੈ। ਜੇ ਹੁਣ ਅਸੀਂ ਅਗਲੇ ਫੈਕਟ ਦੇ ਬਾਰੇ ਗੱਲ ਕਰਦੇ ਹਾਂ ਤਾਂ ਮੂਵੀਜ਼ ਦਾ ਸ਼ੌਂਕ ਤਾਂ ਸਾਰਿਆਂ ਨੂੰ ਹੀ ਹੈ ਔਰ ਹਰ ਕੋਈ ਨਾ ਕੋਈ ਮੂਵੀਜ਼ ਤਾਂ ਜ਼ਰੂਰ ਦੇਖਦਾ ਹੈ, ਕੋਈ ਬਾਲੀਵੁੱਡ, ਕੋਈ ਹਾਲੀਵੁੱਡ, ਹੈ ਨਾ। ਪਰ ਮੂਵੀਜ਼ ਨਾਰਮਲ ਲਾਈਫ ਤੋਂ ਬਿਲਕੁਲ ਹਟ ਕੇ ਹੁੰਦੀਆਂ ਹਨ ਤੇ ਪਰਦੇ ਤੇ ਇਹ ਰੰਗ ਬਿਰੰਗੀ ਦੁਨੀਆ ਬਹੁਤ ਖੂਬ ਲੱਗਦੀ ਹੈ। ਪਰ ਪ੍ਰੋਬਲਮ ਤਾਂ ਉਦੋਂ ਆਉਂਦੀ ਹੈ ਜਦੋਂ ਮੂਵੀਜ਼ ਦੇ ਨਕਲੀ ਵਰਡ ਨੂੰ ਅਸੀਂ ਅਸਲੀ, ਮਤਲਬ ਕਿ ਰੀਅਲ ਵਰਡ ਦੇ ਨਾਲ ਜੋੜ ਲੈਂਦੇ ਹਾਂ। ਕਦੇ ਤਾਂ ਜਾਣ ਤੇ ਵੀ ਬਣ ਜਾਂਦੀ ਹੈ। ਜੀ ਬਿਲਕੁਲ ਇਸੇ ਹੀ ਤਰ੍ਹਾਂ ਇੱਕ ਘਟਨਾ ਹੋਈ ਸੀ ਜੀ ਸਨ 2009 ਦੇ ਵਿੱਚ ਕਿ ਇਦਾਂ ਦਾ ਵਾਕਿਆ ਨਜ਼ਰ ਆਇਆ ਜਦੋਂ ਡਿਜ਼ਨੀ ਦੇ ਦ ਪ੍ਰਿੰਸੈਸ ਐਂਡ ਦ ਫਰੌਗ ਮੂਵੀ ਰਿਲੀਜ਼ ਹੋਈ। ਉਸ ਵੇਲੇ ਅਮਰੀਕਾ ਦੇ ਕੁਝ ਬੱਚਿਆਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਉਣਾ ਪਿਆ ਕਿਉਂਕਿ ਮੂਵੀ ਵਿੱਚ ਪ੍ਰਿੰਸੈਸ ਨੂੰ ਫੋਲੋ ਕਰਕੇ ਯੰਗ ਅਮਰੀਕਨ ਗਰਲਸ ਨੇ ਫਰੌਗ ਨੂੰ ਕਿਸ ਕਰਨਾ ਸ਼ੁਰੂ ਕਰ ਦਿੱਤਾ ਸੀ, ਜਿਸ ਦੇ ਕਰਕੇ ਫਰੌਗ ਨਾਲ ਹੋਣ ਵਾਲੇ ਬੈਕਟੀਰੀਆ ਇਨਫੈਕਸ਼ਨ ਸਾਲਮੋਨੇਲਾ ਦੇ ਸ਼ਿਕਾਰ ਹੋ ਗਏ। ਤੇ ਇਸ ਦਾ ਮਤਲਬ ਇਹ ਹੈ
कि मूवीज़ ਦੇ ਵਿੱਚ ਦਿਖਾਈਆਂ ਜਾਣ ਵਾਲੀਆਂ ਗੱਲਾਂ ਤੇ ਚੀਜ਼ਾਂ ਤੇ ਉਨਾ ਜ਼ਿਆਦਾ ਭਰੋਸਾ ਨਾ ਕਰੋ, ਕਿਉਂਕਿ ਕਈ ਵਾਰ ਅਨਰੀਅਲ ਵੀ ਹੁੰਦੀਆਂ ਹਨ, ਜਿਸ ਦੇ ਵਿੱਚ ਗ੍ਰਾਫਿਕ ਯੂਜ਼ ਹੁੰਦਾ ਹੈ ਜਾਂ ਫਿਰ ਹੋਰ ਬਹੁਤ ਸਾਰੀਆਂ ਸਿਨੇਮੈਟੋਗ੍ਰਾਫੀ ਯੂਜ਼ ਹੁੰਦੀ ਹੈ। ਸੋ ਅੱਗੇ ਤੋਂ ਤੁਸੀਂ ਵੀ ਖਿਆਲ ਰੱਖਣਾ ਹੈ ਕਿ ਅਗਰ ਕੋਈ ਮੂਵੀ ਤੁਸੀਂ ਦੇਖਦੇ ਹੋ, ਉਹਦੇ ਵਿੱਚ ਕੋਈ ਵੀ ਇਦਾਂ ਦੀ ਚੀਜ਼ ਦੇਖਦੇ ਹੋ ਜਿਹਦੇ ਨਾਲ ਤੁਹਾਡੀ ਜਾਨ ਨੂੰ ਖਤਰਾ ਬਣ ਸਕਦਾ ਹੈ, ਤੇ ਰਿਕੁਐਸਟ ਹੈ ਕਿ ਉਹ ਚੀਜ਼ ਨਾ ਕਰੋ ਤੇ ਨਾ ਹੀ ਤੁਸੀਂ ਕਿਸੇ ਆਪਣੇ ਆਸ-ਪਾਸ ਆਪਣੇ ਦੋਸਤ ਜਾਂ ਆਪਣੇ ਰਿਸ਼ਤੇਦਾਰਾਂ ਨੂੰ ਕਰਨ ਦਿਓ। ਜੀ ਚੱਲਦੇ ਹਾਂ ਹੁਣ ਅਸੀਂ ਅਗਲੇ ਫੈਕਟ ਦੇ ਵੱਲ। ਟੈਕਨੋਲੋਜੀ ਦੇ ਇਸ ਯੁੱਗ ਦੇ ਵਿੱਚ ਕੋਈ ਵੀ ਚੀਜ਼ ਬਿਨਾਂ ਮਤਲਬ ਤੋਂ ਨਹੀਂ ਹੁੰਦੀ। ਹੁਣ ਤੁਸੀਂ ਅਖਬਾਰ ਦੇ ਪੰਨੇ ਹੀ ਦੇਖ ਲਓ, ਉਹਨਾਂ ਦੇ ਹੇਠਾਂ 4 ਰੰਗ ਬਰੰਗੇ ਡਾਟ ਹੁੰਦੇ ਹਨ। ਆਪਾਂ ਸਾਰੇ ਜਾਣਦੇ ਹਾਂ ਕਿ 3 ਪ੍ਰਾਇਮਰੀ ਕਲਰ ਲਾਲ, ਪੀਲਾ ਤੇ ਨੀਲਾ ਮਿਲ ਕੇ ਬਾਕੀ ਰੰਗ ਬਣਾਉਂਦੇ ਹਨ। ਇਹ ਪੈਟਰਨ ਪ੍ਰਿੰਟਰ ਦੇ ਵਿੱਚ ਵੀ ਲੱਗਦਾ ਹੈ, ਬਸ ਇਹਦੇ ਵਿੱਚ ਇੱਕ ਹੋਰ ਰੰਗ ਜੁੜ ਜਾਂਦਾ ਹੈ ਜੋ ਹੈ ਕਾਲਾ। ਅਖਬਾਰ ਦੇ ਪੰਨੇ ਤੋਂ ਬਣੀਆਂ ਇਹ 4 ਬਿੰਦੀਆਂ ਤੁਸੀਂ ਦੇਖਿਆ ਹੀ ਹੋਣਗੀਆਂ CMYK ਕ੍ਰਮ ਦੇ ਵਿੱਚ ਬਣੀਆਂ ਹੁੰਦੀਆਂ ਹਨ। C ਮਤਲਬ ਕਿਆਨ, ਪ੍ਰਿੰਟਿੰਗ ਦੇ ਵਿੱਚ ਇਸ ਦਾ ਮਤਲਬ ਹੈ ਨੀਲਾ, M ਦਾ ਮਤਲਬ ਹੈ ਮੈਜੈਂਟਾ यानी कि गुलाबी, और Y ਦਾ ਮਤਲਬ ਹੈ येलो यानी कि पीला, और K ਦਾ ਮਤਲਬ ਹੈ ब्लैक मतलब कि काला। ਸੋ ਇਹਨਾਂ 4 ਰੰਗਾਂ ਨੂੰ ਸਹੀ ਅਨੁਪਾਤ ਵਿੱਚ ਜੋੜ ਕੇ ਕਿਸੇ ਵੀ ਰੰਗ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਇੱਕ ਇਮੇਜ ਨੂੰ ਪ੍ਰਿੰਟ ਕਰਨ ਦੇ ਲਈ ਇਹਨਾਂ ਸਾਰੇ ਰੰਗਾਂ ਦੀਆਂ ਪਲੇਟਾਂ ਛਪਾਈ ਕਰਦੇ ਟਾਈਮ ਇੱਕੋ ਹੀ ਲਾਈਨ 'ਚ ਰੱਖੀਆਂ ਜਾਂਦੀਆਂ ਹਨ। ਪਲੇਟਾਂ ਦਾ ਇਹ ਨਿਸ਼ਚਿਤ ਕ੍ਰਮ ਦੇ ਵਿੱਚ ਹੋਣ ਦਾ ਇਹ ਮਤਲਬ ਹੈ ਕਿ ਸਹੀ ਟਾਈਮ ਤੇ ਸਹੀ ਰੰਗ ਦੀ ਛਪਾਈ ਹੋਵੇ। CMYK ਦਾ ਇਹ ਮਾਰਕ ਬੁੱਕਸ ਨੂੰ ਪ੍ਰਿੰਟ ਕਰਦੇ ਟਾਈਮ ਵੀ ਹੁੰਦਾ ਹੈ। ਪੇਜਸ ਨੂੰ ਕੱਟਦੇ ਟਾਈਮ ਇਸ ਨੂੰ ਹਟਾ ਦਿੱਤਾ ਜਾਂਦਾ ਹੈ। ਤੇ ਜੇਕਰ ਤੁਹਾਡੇ ਮਨ 'ਚ ਵੀ ਕਦੇ ਇਹ ਸਵਾਲ ਆਇਆ ਹੋਵੇਗਾ ਕਿ ਅਖਬਾਰ ਨੂੰ ਕਿੱਦਾਂ ਪ੍ਰਿੰਟ ਕੀਤਾ ਜਾਂਦਾ ਹੈ, ਜਾਂ ਫਿਰ ਅਖਬਾਰ ਦੇ ਉੱਪਰ ਜਿਹੜੀਆਂ ਇਮੇजेस ਸਾਨੂੰ ਦੇਖਣ ਨੂੰ ਮਿਲਦੀਆਂ ਹਨ, ਵਰਡਿੰਗ ਸਾਨੂੰ ਦੇਖਣ ਨੂੰ ਮਿਲਦੀ ਹੈ, ਉਹ ਕਿਸ ਤਰ੍ਹਾਂ ਪ੍ਰਿੰਟ ਕੀਤੀਆਂ ਗਈਆਂ ਨੇ, ਸੋ ਇਸ ਸਵਾਲ ਦਾ ਜਵਾਬ ਤੁਹਾਨੂੰ ਮੈਂ ਦੇ ਦਿੱਤਾ ਹੈ। ਤੇ ਹੁਣ ਅਕਸਰ ਜਦੋਂ ਵੀ ਤੁਹਾਡੇ ਘਰ ਦੇ ਵਿੱਚ ਤੁਸੀਂ ਨਿਊਜ਼ਪੇਪਰ ਵੱਲ ਦੇਖੋਗੇ ਤਾਂ ਤੁਹਾਨੂੰ ਜ਼ਰੂਰ ਹੁਣ ਇਸ ਗੱਲ ਦਾ ਪਤਾ ਹੋਏਗਾ, ਔਰ ਤੁਸੀਂ ਬਿਲਕੁਲ ਨਹੀਂ ਸੋਚੋਗੇ ਕਿ ਇਹ ਕਿੱਦਾਂ ਹੋਇਆ। ਚੱਲਦੇ ਹਾਂ ਜੀ ਹੁਣ ਅਸੀਂ ਅਗਲੇ ਫੈਕਟ ਦੇ ਵੱਲ। ਆਰਮੀ ਦੇ ਵਿੱਚ ਬਹਾਦਰੀ ਦੇ ਨਾਲ-ਨਾਲ ਜਿਸ ਚੀਜ਼ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਹੈ ਉਹ ਕੀ ਹੈ? ਉਹ ਹੈ ਅਨੁਸ਼ਾਸਨ यानी कि डिसिप्लिन। ਸੈਨਾ ਦਾ ਜਵਾਨ ਜਾਂ ਅਧਿਕਾਰੀ ਜਦ ਵੀ ਕੋਈ ਨਿਯਮ ਨੂੰ ਤੋੜਦਾ ਹੈ ਤਾਂ ਉਸ ਦੇ ਅਪਰਾਧ ਦੇ ਹਿਸਾਬ ਨਾਲ ਉਸ ਨੂੰ ਸਜ਼ਾ ਦਿੱਤੀ ਜਾਂਦੀ ਹੈ, ਤੇ ਇਹ ਸਜ਼ਾ ਦੇ ਵਿੱਚ ਸਭ ਤੋਂ ਕੜੀ ਸਜ਼ਾ ਕਿਹੜੀ ਹੈ? ਕੋਰਟ ਮਾਰਸ਼ਲ। ਇਸ ਤੋਂ ਪਹਿਲਾਂ ਤੁਸੀਂ ਕੋਰਟ ਮਾਰਸ਼ਲ ਨੂੰ ਕਿਸੇ ਹੋਰ ਤਰੀਕੇ ਨਾਲ ਲਵੋ ਜਾਂ ਇਸ ਦੇ ਬਾਰੇ ਕੁਝ ਹੋਰ ਸੋਚੋ ਤਾਂ ਤੁਹਾਨੂੰ ਇੱਕ ਗੱਲ ਯਾਦ ਕਰਵਾ ਦੇਵਾਂ ਕਿ ਭਾਰਤੀ ਸੈਨਾ ਹੱਲੇ ਵੀ ਬ੍ਰਿਟਿਸ਼ ਦੁਆਰਾ ਬਣਾਏ ਗਏ ਸੈਨਾ ਨਿਆਂ ਵਿਵਸਥਾ ਦਾ ਪਾਲਣ ਕਰ ਰਹੀ ਹੈ, ਜਦ ਕਿ ਇੰਗਲੈਂਡ ਨੇ ਉਸ ਨੂੰ ਖੁਦ ਵੀ ਬਦਲ ਦਿੱਤਾ ਹੈ। ਕੋਰਟ ਮਾਰਸ਼ਲ ਇੱਕ ਤਰ੍ਹਾਂ ਦੀ ਕੋਰਟ ਹੁੰਦੀ ਹੈ ਜੋ ਕਿ ਖਾਸ ਆਰਮੀ ਕਰਮਚਾਰੀਆਂ ਦੇ ਲਈ ਬਣਾਈ ਗਈ ਹੈ। ਇਸ ਦਾ ਕੰਮ ਆਰਮੀ ਦੇ ਵਿੱਚ ਅਨੁਸ਼ਾਸਨ ਤੋੜਨ ਜਾਂ ਫਿਰ ਦੂਸਰੇ ਅਪਰਾਧ ਕਰਨ ਵਾਲੇ ਆਰਮੀ ਮੈਂਬਰਸ ਉੱਪਰ ਕੇਸ ਚਲਾਉਣਾ ਹੈ, ਜਾਂ ਫਿਰ ਉਸ ਦੀ ਸੁਣਵਾਈ ਕਰਨਾ ਜਾਂ ਸਜ਼ਾ ਸੁਣਾਉਣਾ ਹੁੰਦਾ ਹੈ, ਜਾਂ ਫਿਰ ਇਹ ਟ੍ਰਾਇਲ ਮਿਲਟਰੀ ਕਾਨੂੰਨ ਦੇ ਤਹਿਤ ਹੁੰਦੀ ਹੈ। ਤੇ ਇਹ ਇਹਨਾਂ ਤਿੰਨਾਂ ਸਿਚੁਏਸ਼ਨ ਦੇ ਵਿੱਚ ਕੀਤਾ ਜਾਂਦਾ ਹੈ। ਪਹਿਲਾ ਕਿ ਜਦੋਂ ਜਵਾਨ ਸੇਵਾ ਵਿੱਚ ਹੋਵੇ, ਦੂਸਰਾ ਕਿ ਜਦੋਂ ਉਹ ਭਾਰਤ ਦੇ ਵਿੱਚ ਹੋਵੇ, ਤੇ ਤੀਸਰਾ ਜਦੋਂ ਉਹ ਸੀਮਾ ਤੇ ਹੋਵੇ। ਤੇ ਪਤਾ ਲੱਗ ਗਿਆ ਨਾ ਤੁਹਾਨੂੰ ਕਿ ਡਿਸਿਪਲਿਨ ਕਿੰਨਾ ਜ਼ਰੂਰੀ ਹੈ ਆਰਮੀ ਦੇ ਵਿੱਚ। ਤੇ ਮੈਨੂੰ ਪਤਾ ਹੈ ਕਿ ਤੁਸੀਂ ਆਪਣੇ ਆਸ-ਪਾਸ ਬਹੁਤ ਸਾਰੇ ਆਰਮੀ ਆਫੀਸਰਸ ਦੇਖੇ ਹੋਣਗੇ, ਜਾਂ ਫਿਰ ਅਗਰ ਤੁਹਾਡੀ ਵੀ ਆਰਮੀ ਫੈਮਿਲੀ ਹੈ ਤੇ ਤੁਹਾਨੂੰ ਪਤਾ ਹੈ ਕਿ ਆਰਮੀ ਦੇ ਵਿੱਚ ਕਿੰਨੇ ਜ਼ਿਆਦਾ ਰੂਲਸ ਜਿਹੜੇ ਨੇ ਸਟ੍ਰਿਕਟ ਨੇ। ਵਧਦੇ ਹਾਂ ਜੀ ਅਸੀਂ ਅਗਲੇ ਫੈਕਟ ਦੇ ਵੱਲ। ਘੁੰਮਣਾ ਕਿਸ ਨੂੰ ਨਹੀਂ ਪਸੰਦ, ਤੇ ਤੁਸੀਂ ਬਹੁਤ ਸਾਰੀਆਂ ਇਦਾਂ ਦੀਆਂ ਥਾਵਾਂ ਤੇ ਘੁੰਮੇ ਹੋਵੋਗੇ ਕਿ ਜਿੱਥੇ ਤੁਹਾਨੂੰ ਉਹਨਾਂ ਜਗ੍ਹਾਵਾਂ ਦੇ ਬਾਰੇ ਦੇਖ ਕੇ ਸੁਣ ਕੇ ਬਹੁਤ ਹੀ ਮਜ਼ਾ ਆਇਆ ਹੋਵੇਗਾ, ਜਾਂ ਫਿਰ ਤੁਸੀਂ ਕਿਤੇ ਨਾ ਕਿਤੇ ਉਸ ਜਗ੍ਹਾ ਨੂੰ ਕਿਤੇ ਸਰਚ ਕੀਤਾ ਹੋਵੇਗਾ ਜਾਂ ਫਿਰ ਟੀਵੀ ਤੇ ਦੇਖਿਆ ਹੋਵੇਗਾ। ਪਰ ਪ੍ਰਿਥਵੀ ਦੇ ਉੱਤੇ ਬਹੁਤ ਸਾਰੀਆਂ ਇਦਾਂ ਦੀਆਂ ਥਾਵਾਂ ਹਨ ਜਿੱਥੇ ਇਨਸਾਨ ਚਾਹ ਕੇ ਵੀ ਨਹੀਂ ਜਾ ਸਕਦਾ, ਪਰ ਕੁਝ ਇਦਾਂ ਦੀਆਂ ਥਾਵਾਂ ਹਨ ਜੋ ਭੀੜ ਭਾੜ ਵਾਲੇ ਇਲਾਕਿਆਂ 'ਚ ਹੁੰਦੇ ਹੋਏ ਵੀ ਇਨਸਾਨ ਦੀ ਪਹੁੰਚ ਤੋਂ ਬਹੁਤ ਦੂਰ ਹਨ। ਬ੍ਰਾਜ਼ੀਲ ਦੇ ਇੱਕ ਸ਼ਹਿਰ ਸਾਓ ਪਾਓਲੋ ਤੋਂ ਲਗਭਗ 30 ਕਿਲੋਮੀਟਰ ਵਿੱਚ ਇੱਕ ਐਦਾਂ ਦਾ ਆਈਲੈਂਡ ਹੈ ਜਿੱਥੇ ਇਨਸਾਨਾਂ ਦਾ ਜਾਣਾ ਮਨਾ ਹੈ। ਇਹ ਛੋਟਾ ਜਿਹਾ ਆਈਲੈਂਡ ਸੱਪਾਂ ਨਾਲ ਭਰਿਆ ਹੋਇਆ ਹੈ। ਇਸ ਦੀਪ ਨੂੰ ਇਸੇ ਹੀ ਕਰਕੇ ਸਨੇਕ ਆਈਲੈਂਡ ਵੀ ਕਿਹਾ ਜਾਂਦਾ ਹੈ। ਇੱਥੇ ਹਜ਼ਾਰਾਂ ਦੀ ਮਾਤਰਾ ਦੇ ਵਿੱਚ ਸੱਪ ਰਹਿੰਦੇ ਹਨ ਤੇ ਦੁਨੀਆ ਦਾ ਸਭ ਤੋਂ ਜ਼ਹਿਰੀਲਾ ਸੱਪ ਗੋਲਡਨ ਲੈਸ ਹੈਡ ਵੀ ਪਾਇਆ ਜਾਂਦਾ ਹੈ, ਜਿਸ ਦੇ ਸਿਰਫ 1 ਗ੍ਰਾਮ ਜ਼ਹਿਰ ਨਾਲ 50 ਲੋਕਾਂ ਦੀ ਜਾਨ ਜਾ ਸਕਦੀ ਹੈ। 1909 ਵਿੱਚ ਇਸ ਆਈਲੈਂਡ ਤੇ ਇੱਕ ਲਾਈਟ ਹਾਊਸ ਬਣਾਇਆ ਗਿਆ ਜਿਹਦੇ ਨਾਲ ਸਮੁੰਦਰੀ ਜਹਾਜ਼ਾਂ ਨੂੰ ਇਸ ਆਈਲੈਂਡ ਤੋਂ ਦੂਰ ਰੱਖਿਆ ਜਾਵੇ। ਇਸ ਲਾਈਟ ਹਾਊਸ ਦੀ ਦੇਖਭਾਲ ਦਾ ਜ਼ਿੰਮਾ ਇੱਕ ਪਰਿਵਾਰ ਨੂੰ ਸੌਂਪਿਆ ਗਿਆ ਸੀ ਤੇ ਉਹ ਵੀ ਸੱਪਾਂ ਦੀ ਚਪੇਟ ਵਿੱਚ ਆ ਗਿਆ।
ਤੇ ਉਹ ਵੀ ਮਾਰੇ ਗਏ। ਜਦੋਂ ਉਹ ਪੂਰਾ ਪਰਿਵਾਰ ਮ੍ਰਿਤ ਪਾਇਆ ਗਿਆ ਤਾਂ ਸਰਕਾਰ ਨੇ ਇਸ ਆਈਲੈਂਡ ਤੇ ਜਾਣ ਦੇ ਲਈ ਰੋਕ ਲਗਾ ਦਿੱਤੀ ਗਈ। ਹੁਣ ਇਸ ਨੂੰ ਪੂਰੀ ਤਰ੍ਹਾਂ ਰਿਸਟ੍ਰਿਕਟਡ ਕਰ ਦਿੱਤਾ ਗਿਆ ਹੈ। ਚੱਲਦੇ ਹਾਂ ਜੀ ਹੁਣ ਅਸੀਂ ਅਗਲੇ ਫੈਕਟ ਦੇ ਵੱਲ। ਤੁਸੀਂ ਕਈ ਕਮਾਲ ਦੇ ਆਲੀਸ਼ਾਨ 5 ਸਟਾਰ ਹੋਟਲ ਦੇਖੇ ਹੋਣਗੇ ਜਾਂ ਇਹਨਾਂ ਬਾਰੇ ਸੁਣਿਆ ਵੀ ਹੋਵੇਗਾ, ਪਰ ਅੱਜ ਮੈਂ ਤੁਹਾਨੂੰ ਲੈ ਕੇ ਜਾ ਰਹੀ ਹਾਂ ਜੀ ਦੁਨੀਆ ਦੇ ਸਭ ਤੋਂ ਛੋਟੇ ਹੋਟਲ ਦੇ ਵਿੱਚ। ਦਰਅਸਲ ਦੁਨੀਆ ਦਾ ਸਭ ਤੋਂ ਛੋਟਾ ਜਾਂ ਮਿਨੀ ਹੋਟਲ ਅਲਾਜੀਆ ਜਾਰਡਨ ਦੇ ਵਿੱਚ ਹੈ। ਇਹ ਮਿਨੀ ਹੋਟਲ ਜਿਹੜਾ ਇੱਟ ਜਾਂ ਪੱਥਰਾਂ ਦਾ ਨਹੀਂ ਬਣਿਆ ਹੋਇਆ, ਬਲਕਿ 4 ਪਹੀਆਂ ਦਾ ਬਣਿਆ ਹੋਇਆ ਹੈ, ਜਿਹਨੂੰ ਆਪਾਂ ਕਹਿ ਸਕਦੇ ਹਾਂ ਵੋਲਵੈਗਨ ਵੀਟਲ ਗੱਡੀ ਨਾਲ ਬਣਾਇਆ ਗਿਆ ਹੈ, ਜਿਹਨੂੰ ਹੋਟਲ ਦੇ ਵਿੱਚ ਕਨਵਰਟ ਕਰ ਦਿੱਤਾ ਗਿਆ। ਮੁਹੰਮਦ ਅਲੀ ਮੁਲਾਇਮ ਇਸ ਹੋਟਲ ਦੇ ਮਾਲਿਕ ਹਨ ਤੇ ਉਹਨਾਂ ਦਾ ਕਹਿਣਾ ਹੈ ਕਿ ਇੱਥੇ ਰਾਤ ਗੁਜ਼ਾਰਨਾ ਕਿਸੇ 5 ਸਟਾਰ ਹੋਟਲ ਤੋਂ ਘੱਟ ਨਹੀਂ ਆ। ਔਰ ਬਹੁਤ ਸਪੈਸ਼ਲ ਇਸ ਹੋਟਲ ਨੂੰ ਜਿਹੜਾ ਡਿਜ਼ਾਈਨ ਕੀਤਾ ਗਿਆ ਹੈ, ਮੁਹੰਮਦ ਦੀ ਬੇਟੀ ਨੇ ਹੈਂਡਮੇਡ ਐਮਬਰਾਇਡਰੀ ਦੇ ਨਾਲ ਇਸ ਮਿਨੀ ਹੋਟਲ ਨੂੰ ਸਜਾਇਆ ਹੈ। ਇਹ ਦੇਖਣ ਦੇ ਵਿੱਚ ਬਹੁਤ ਹੀ ਸੋਹਣਾ ਲੱਗਦਾ ਹੈ। ਇਸ ਹੋਟਲ ਦੇ ਵਿੱਚ ਇੱਕ ਰਾਤ ਗੁਜ਼ਾਰਨ ਦਾ ਕਿਰਾਇਆ $56 ਹੈ, ਯਾਨੀ ਕਿ 3500 ਇੰਡੀਅਨ ਰੁਪਏ ਦੇ ਆਸ-ਪਾਸ ਹੈ। ਪਰ ਲੋਕ ਇੱਥੇ ਦੂਰ ਦੂਰ ਤੋਂ ਆਉਂਦੇ ਹਨ ਇਸ ਨੂੰ ਦੇਖਣ ਦੇ ਲਈ, ਇੱਥੇ ਰੁਕਣ ਦੇ ਲਈ, ਔਰ ਇਸੇ ਕਰਕੇ ਇਸ ਵਜ੍ਹਾ ਦੇ ਨਾਲ ਇਸ ਹੋਟਲ ਦੀ ਜ਼ਿਆਦਾਤਰ ਬੁਕਿੰਗ ਫੁੱਲ ਹੀ ਰਹਿੰਦੀ ਹੈ। ਤੇ ਜੇਕਰ ਤੁਸੀਂ ਵੀ ਜਾਰਡਨ ਜਾਣ ਦਾ ਪਲਾਨ ਬਣਾ ਰਹੇ ਹੋ ਨਾ ਤਾਂ ਇਸ ਹੋਟਲ ਵਿੱਚ ਠਹਿਰਨ ਦੀ ਸੋਚ ਰਹੇ ਹੋ, ਪਰ ਤੁਹਾਨੂੰ ਕਰਨਾ ਇਹ ਪੈਣਾ ਹੈ ਕਿ ਪਹਿਲਾਂ ਹੀ ਇਸ ਦੀ ਬੁਕਿੰਗ ਕਰਵਾਉਣੀ ਪੈਣੀ ਹੈ। ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਔਨ ਦਾ ਸਪੌਟ ਤੁਹਾਨੂੰ ਇਸ ਦੀ ਬੁਕਿੰਗ ਬਿਲਕੁਲ ਨਹੀਂ ਮਿਲੇਗੀ, ਕਿਉਂਕਿ ਇਹ ਵਰਲਡ ਦਾ ਛੋਟਾ ਹੋਟਲ ਹੈ। ਤੇ ਚੱਲਦੇ ਹਾਂ ਹੁਣ ਅਸੀਂ ਅਗਲੇ ਫੈਕਟ ਦੇ ਵੱਲ। ਅਸੀਂ ਪਾਣੀ ਵੀ ਗਰਮ ਕਰਦੇ ਹਾਂ ਤੇ ਦੁੱਧ ਵੀ, ਪਰ ਦੁੱਧ ਗਰਮ ਕਰਨ ਤੇ ਉਬਲ ਜਾਂਦਾ ਹੈ ਤੇ ਪਾਣੀ ਕਿਉਂ ਨਹੀਂ ਉਬਲਦਾ? ਕੀ ਕਦੇ ਤੁਸੀਂ ਇਸ ਦੇ ਬਾਰੇ ਸੋਚਿਆ ਹੈ? ਇਸ ਬਾਰੇ ਗੱਲ ਕਰਦੇ ਹਾਂ ਕਿ ਜਦੋਂ ਦੁੱਧ ਉਬਾਲਿਆ ਜਾਂਦਾ ਹੈ ਤਾਂ ਉਸ ਦੇ ਵਿੱਚ ਮੌਜੂਦ ਪਾਣੀ ਭਾਫ਼ ਬਣ ਜਾਂਦਾ ਹੈ, ਪਰ ਇਹ ਭਾਫ਼ ਬਰਤਨ ਤੋਂ ਬਾਹਰ ਆਉਣ ਦੀ ਬਜਾਏ ਦੁੱਧ ਦੀ ਗਾੜੀ ਮਲਾਈਦਾਰ ਪਰਤ ਦੇ ਵਿੱਚ ਹੀ ਫਸ ਜਾਂਦਾ ਹੈ। ਇਹ ਭਾਫ਼ ਬਾਹਰ ਨਿਕਲਦੇ ਟਾਈਮ ਆਪਣੇ ਨਾਲ ਦੁੱਧ ਨੂੰ ਵੀ ਬਾਹਰ ਉਬਾਲ ਦਿੰਦੀ ਹੈ, ਜਿਹਦੇ ਨਾਲ ਦੁੱਧ ਬਰਤਨ ਦੇ ਵਿੱਚੋਂ ਬਾਹਰ ਨਿਕਲ ਜਾਂਦਾ ਹੈ। ਤੇ ਉੱਥੇ ਹੀ ਜਦੋਂ ਪਾਣੀ ਉਬਾਲਦੇ ਹਾਂ ਇਹਦੇ ਵਿੱਚ ਬਣਨ ਵਾਲੀ ਭਾਫ਼ ਜਿਹੜੀ ਆ ਬਿਲਕੁਲ ਫ੍ਰੀ ਹੋ ਕੇ ਬਾਹਰ ਨਿਕਲ ਜਾਂਦੀ ਹੈ ਤੇ ਇਸੇ ਕਰਕੇ ਪਾਣੀ ਉਬਲਣ ਦੇ ਉੱਤੇ ਪਾਣੀ ਜਿਹੜਾ ਆ ਉਹ ਬਰਤਨ ਤੋਂ ਬਾਹਰ ਨਹੀਂ ਆਉਂਦਾ, ਬਰਤਨ ਦੇ ਵਿੱਚ ਹੀ ਸੜ ਜਾਂਦਾ ਹੈ ਤੇ ਦੁੱਧ ਉਬਲਣ ਤੇ ਬਰਤਨ ਤੋਂ ਬਾਹਰ ਆ ਕੇ ਡਿੱਗ ਜਾਂਦਾ ਹੈ ਤੇ ਜਿਹਦੇ ਨਾਲ ਤੁਹਾਡਾ ਕਿਚਨ ਵੀ ਗੰਦਾ ਹੋ ਜਾਂਦਾ ਹੈ ਕਈ ਵਾਰੀ। ਇਸ ਕਰਕੇ ਖਿਆਲ ਰੱਖਿਆ ਕਰੋ ਜੀ। ਅੱਜ ਦੇ ਐਪੀਸੋਡ ਦੇ ਵਿੱਚ ਬਸ ਇੰਨੇ ਹੀ ਫੈਕਟ ਜਿਹੜੇ ਸੀ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਸੀ, ਔਰ ਮੈਨੂੰ ਪੂਰਾ ਭਰੋਸਾ ਹੈ ਕਿ ਤੁਹਾਨੂੰ ਅੱਜ ਦੇ ਫੈਕਟ ਚੰਗੇ ਲੱਗੇ ਹੋਣਗੇ, ਕੁਝ ਨਵਾਂ ਸਿੱਖਣ ਨੂੰ ਮਿਲਿਆ ਹੋਵੇਗਾ। ਔਰ ਹਰ ਵਾਰ ਸਾਡੀ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਆਪਣੇ ਐਪੀਸੋਡ ਦੇ ਵਿੱਚ ਕੁਝ ਨਵੇਂ ਫੈਕਟ, ਕੁਝ ਨਵੀਆਂ ਜਾਣਕਾਰੀਆਂ ਮੈਂ ਲੈ ਕੇ ਆਵਾਂ ਤੇ ਤੁਹਾਡੇ ਰੂਬਰੂ ਕਰਵਾਵਾਂ, ਤਾਂ ਕਿ ਤੁਹਾਨੂੰ ਗਿਆਨ ਜਿਹੜਾ ਆ ਹੋਰ ਵੱਧ ਤੋਂ ਵੱਧ ਮਿਲ ਸਕੇ। ਮੈਨੂੰ ਪਤਾ ਹੈ ਕਿ ਤੁਸੀਂ ਬਹੁਤ ਸਿਆਣੇ ਹੋ, ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਪਤਾ ਹੈ, ਪਰ ਸਾਡੇ ਆਸ-ਪਾਸ ਕੁਝ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਜਿੱਦਾਂ ਕਿ ਮੈਂ ਹਮੇਸ਼ਾ ਕਹਿੰਦੀ ਹਾਂ ਕਿ ਅਸੀਂ ਉਸ ਤੇ ਗੌਰ ਨਹੀਂ ਕਰਦੇ ਹਾਂ, ਔਰ ਇਦਾਂ ਦੀਆਂ ਜਾਣਕਾਰੀਆਂ ਵੀ ਹੁੰਦੀਆਂ ਨੇ ਕਿ ਅਸੀਂ ਆਪਣੇ ਬਿਜ਼ੀ ਸ਼ੈਡਿਊਲ ਦੇ ਵਿੱਚ ਉਹਨਾਂ ਦੇ ਬਾਰੇ ਜਾਣ ਨਹੀਂ ਪਾਉਂਦੇ, ਹੈ ਨਾ। ਸੋ ਇਸੇ ਕਰਕੇ ਜੀ ਇਹ ਪ੍ਰੋਗਰਾਮ ਤੁਹਾਡੇ ਲਈ ਬਣਾਇਆ ਗਿਆ ਆ, ਔਰ ਹਰ ਵਾਰ ਮੈਂ ਇੱਕ ਨਵੇਂ ਐਪੀਸੋਡ ਦੇ ਵਿੱਚ ਕੁਝ ਨਵੇਂ ਫੈਕਟ ਲੈ ਕੇ ਆ ਜਾਂਦੀ ਹਾਂ ਤੁਹਾਡੀ ਜਾਣਕਾਰੀ ਨੂੰ ਵਧਾਉਣ ਦੇ ਲਈ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਬਸ ਇੰਨਾ ਹੀ। ਤੁਸੀਂ ਦਿਮਾਗ ਦੀ ਬੱਤੀ ਜਗਾਓ ਨੂੰ ਦੇਖਣਾ ਬਿਲਕੁਲ ਨਹੀਂ ਭੁੱਲਣਾ, ਔਰ ਤੁਹਾਨੂੰ ਪਤਾ ਹੀ ਹੈ ਕਿ ਮੈਂ ਕੀ ਕਹਿੰਦੀ ਹੁੰਦੀ ਹਾਂ, ਲਾਈਟ ਜਗਾਓ, ਬੱਤੀ ਜਗਾਓ, ਚਾਹੇ ਦੋਨੋਂ ਨਾ ਜਗਾਓ ਪਰ ਦਿਮਾਗ ਦੀ ਬੱਤੀ ਜ਼ਰੂਰ ਜਗਾਓ। ਇਸ ਗੱਲ ਨੂੰ ਯਾਦ ਰੱਖਣਾ ਹੈ ਔਰ ਇਸ ਪ੍ਰੋਗਰਾਮ ਨੂੰ ਬਹੁਤ ਸਾਰਾ ਪਿਆਰ ਦੇਣਾ ਹੈ। ਔਰ ਅਗਲੇ ਐਪੀਸੋਡ ਦੇ ਵਿੱਚ ਮੈਂ ਫਿਰ ਤੋਂ ਹਾਜ਼ਰ ਹੋਵਾਂਗੀ ਕੁਝ ਨਵੇਂ ਫੈਕਟ ਲੈ ਕੇ। ਤੇ ਹੁਣ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।